नानक पाद पंकज बंदन, पाद पंकज बंदन। सिमरो अंगद दुख निकंदन, गुर अमरदास हृदय नित त्याऊ, हृदय नित त्याऊ। श्री गुरु रामदास गुण गाऊं, गुर अर्जन बेगनन के नासक, बेगनन के नासक। श्री हर गोविंद शुभ सुमत प्रकाशक, श्री हर राय नमो कार जोरी, नमो कार जोरी। श्री हर कृष्ण मनाओ बहोरी, गुरु तेग बहादुर परम कृपाला, वाहिगुरु परम कृपाला। श्री गुरु गोबिंद सिंह विशाला, तरो तारा तार पुन पुन सीसा, वाहिगुरु पुन पुन सीसा। बंदो बार बार जगदीशा, जा मह अमृत ज्ञान है, माणक भगत बैराग। श्री गुरु ग्रंथ साहिब उदद, बंदों कर अनुराग। एकंकारा सतगुरु ते प्रसाद सच होए, वाहिगुरु जी की फतेह है, विघ्न विनाशन सोए। वाहिगुरु जी की फतेह है, विघ्न विनाशन सोए। सतनाम श्री वाहिगुरु साहिब जीओ। उठे कृपा निध गमने ऐसे, कुंचर के मोचन हित जैसे। नंगे पाए उताए डालत, हर पराए न वस्त्र संभालत। उठे कृपा निध गमने ऐसे। वाहिगुरु जी का खालसा, वाहिगुरु जी की फतेह। गरीब नवाज पतित पावन करुणा निधान, तन तन साहिब सतगुरु श्री गुरु ग्रंथ साहिब महाराज सच्चे पातशाह जी दी पावन पवित्र हजूरी अंदर सज बैठी साध संगत जीओ। आप जी वड भागे हो जो निता प्रति सतगुरु जी दे इस पवित्र दरबार विच हाजरियां भर के गुरु की अमृतमय बाणी दा कीर्तन और लड़ीवार गुर इतिहास की कथा विचार श्रवण करते हो। साध संगत कल दे दीवान अंदर असां ने सतगुरां दे पवित्र इतिहास नूं इथों तक विचारिया। भाई मंझ बड़ी कालना नाल सेवा करदा है, लकड़ां दी पंड चुक के बालन जंगल विचों लैके आए। अंधेरी होण कारण रात विच खूह विच डिग पए। पंड उसे तरह ही
ਖੂਹ ਵਿੱਚ ਡਿੱਗਿਆ ਹੋਇਆਂ ਹੀ ਸੰਭਾਲੀ ਹੋਈ ਹੈ। ਮਨ ਵਿੱਚ ਇੱਛਾ ਤੇ ਤੜਫ ਇਹੀ ਹੈ ਕਿ ਕਿਧਰੇ ਗੁਰੂ ਕੇ ਲੰਗਰ ਵਿੱਚ ਕੋਈ ਦੇਰੀ ਨਾ ਹੋ ਜਾਏ, ਕੋਈ ਵਿਘਨ ਨਾ ਆਵੇ ਮੇਰੇ ਕਾਰਨ। ਇਸ ਕਰਕੇ ਪੰਡ ਨੂੰ ਸਿਰ ਤੇ ਸੰਭਾਲਿਆ ਖੂਹ ਵਿੱਚ ਖਲੋਤੇ ਹੋਏ ਨੇ, ਆਪਣਾ ਅੰਦਰਲਾ ਸਤਿਗੁਰਾਂ ਦੇ ਪ੍ਰੇਮ ਵਿੱਚ ਭਿਓਇਆ ਹੋਇਆ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਪਿਆਰ ਵਿੱਚ ਖੀਵੇ ਨੇ। ਉਧਰੋਂ ਗੁਰੂ ਕੇ ਸਵਾਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਨੇ ਸਿੱਖ ਦੇ ਅੰਦਰਲਾ ਪਿਆਰ ਵੇਖਿਆ, ਅੰਦਰ ਦੀ ਪ੍ਰੀਤ ਨੂੰ ਤੱਕਿਆ। ਇੱਕੋ ਦਮ ਗਰੀਬ ਨਵਾਜ ਪਾਤਸ਼ਾਹ ਜੀ ਉੱਠੇ ਤੇ ਉੱਠ ਕੇ ਉਸ ਜਗ੍ਹਾ ਵੱਲ ਚੱਲੇ ਨੇ ਜਿਸ ਜਗ੍ਹਾ ਤੇ ਖੂਹ ਵਿੱਚ ਭਾਈ ਮੰਝ ਡਿੱਗਾ ਹੋਇਆ ਤੇ ਜਿਹਦੇ ਅੰਦਰ ਗੁਰੂ ਦਾ ਪ੍ਰੇਮ ਠਾਠਾ ਪਿਆ ਮਾਰਦਾ। ਐਦੂ ਅੱਗੇ ਗੁਰੂ ਕੇ ਸਵਾਰਿਓ ਪ੍ਰਸੰਗ ਦੀ ਵਿਚਾਰ ਆਪਾਂ ਅੱਜ ਦੇ ਦੀਵਾਨ ਵਿੱਚ ਕਰਨੀ ਹੈ। ਕੁਝ ਕਹਿਣ ਤੋਂ ਪਹਿਲਾਂ ਸਾਰੇ ਇੱਕ ਵਾਰੀ ਰਸਨਾ ਕਰੋ ਪਵਿੱਤਰ, ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਉਠੇ ਕਿਰਪਾ ਨਿਤ ਗਮਨੇ ਐਸੇ, ਕੁੰਚਰ ਕੇ ਮੋਚਨ ਹਿਤ ਜੈਸੇ। ਕਵੀ ਸੰਤੋਖ ਸਿੰਘ ਸਾਹਿਬ ਕਹਿੰਦੇ ਨੇ ਵੀ ਧੰਨ ਗੁਰੂ ਤੇ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠਿਆਂ ਬੈਠਿਆਂ ਇੰਨੀ ਜਲਦੀ ਨਾਲ ਕਿਰਪਾ ਦੇ ਖਜ਼ਾਨੇ ਉੱਠੇ ਨੇ, ਇੰਨੀ ਜਲਦੀ ਨਾਲ ਭਾਈ ਮੰਝ ਵੱਲ ਜਾਂਦੇ ਨੇ ਜਿਵੇਂ ਕਿ ਵਾਹਿਗੁਰੂ ਹਾਥੀ ਦੇ ਦੁੱਖਾਂ ਨੂੰ ਦੂਰ ਕਰਨ ਵਾਸਤੇ ਬੜੀ ਜਲਦੀ ਦੇ ਨਾਲ ਪਰਮੇਸ਼ਵਰ ਗਿਆ। ਇਸੇ ਤਰ੍ਹਾਂ ਭਾਈ ਮੰਝ ਜਾ ਰਹੇ ਨੇ। ਗੁਰੂ ਕੇ ਸਵਾਰਿਓ, ਇਹ ਇੱਕ ਪ੍ਰਾਤਨ ਕਥਾ ਹੈ ਕਿ ਹਾਥੀ ਇੱਕ ਤੰਦਵੇ ਦਾ ਸ਼ਿਕਾਰ ਹੋ ਗਿਆ ਤਾਂ ਉਸ ਮੁਸ਼ਕਲ ਵਿੱਚ ਫਸਿਆ ਹੋਏ ਨੇ ਬੇਨਤੀ ਕੀਤੀ, ਪਰਮੇਸ਼ਵਰ ਨੇ ਜਾ ਕੇ ਉਸ ਤੱਕ ਪਹੁੰਚ ਕੀਤੀ ਔਰ ਉਹਨੂੰ ਇਸ ਵਿਪਤਾ ਵਿੱਚੋਂ ਉਭਾਰਿਆ। ਇਹ ਉਦਾਹਰਨ ਸਤਿਗੁਰਾਂ ਨੇ ਅੰਮ੍ਰਿਤਮਈ ਬਾਣੀ ਵਿੱਚ ਵੀ ਦਿੱਤੀ ਹੈ। ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ, ਗੱਜ ਕੋ ਤਰਾਸ ਹਰਿਓ ਕਰਣਾ ਮੈਂ। ਕਿਰਪਾ ਕੀਤੀ ਤੇ ਹਾਥੀ ਦਾ ਡਰ ਦੂਰ ਕੀਤਾ, ਉਸ ਸੰਕਟ ਵਿੱਚੋਂ ਉਭਾਰਿਆ। ਉਸ ਕਥਾ ਦਾ ਜ਼ਿਕਰ ਕਵੀ ਸੰਤੋਖ ਸਿੰਘ ਸਾਹਿਬ ਕਰਦੇ ਨੇ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸਿੱਖ ਨੂੰ ਖੁਸ਼ੀ ਦੇਣ ਵਾਸਤੇ, ਉਹਨੂੰ ਖੂਹ ਵਿੱਚੋਂ ਕੱਢਣ ਵਾਸਤੇ ਏਡੀ ਜਲਦੀ ਗਏ ਖਾਨ। ਨੰਗੇ ਪਾਏ ਉਤਾਏ ਡਾਲਤ, ਹਰ ਭਰਾਏ ਨੇ ਵਸਤਰ ਸੰਭਾਲਤ। ਕਹਿ ਲੱਗੇ ਵੀ ਨੰਗੇ ਪੈਰੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਾ ਰਹੇ ਨੇ, ਹਰ ਭਰਾਏ ਨੇ ਵਸਤਰ ਸੰਭਾਲ ਤੇ ਨੰਗੇ ਪੈਰ ਤੁਰਦਿਆਂ ਕਾਲੀ ਕਾਲੀ ਆਪਣੇ ਵਸਤਰਾਂ ਨੂੰ ਵੀ ਸਤਿਗੁਰੂ ਜੀ ਨਹੀਂ ਸੰਭਾਲ ਰਹੇ ਹਨ। ਦਾਸ ਪਾਨੈ ਲੈ ਕਰ ਧਾਏ, ਕੀਤਕ ਧਾਏ ਮਿਲੇ ਸੰਗ ਆਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪਣਾ ਜੋੜਾ ਵੀ ਉਹਨਾਂ ਨੇ ਨਹੀਂ ਗੁਰੂ ਕੇ ਸਵਾਰਿਓ ਪੈਰਾਂ ਵਾਲਾ ਪਾਇਆ ਤੇ ਦਾਸਾਂ ਨੇ ਸੇਵਕਾਂ ਨੇ ਵੇਖਿਆ, ਸੇਵਕ ਨੇ ਵੀ ਸਤਿਗੁਰੂ ਜੀ ਬੜੀ ਜਲਦੀ ਦੇ ਨਾਲ ਉੱਠ ਕੇ ਚੱਲੇ ਹਨ ਤਾਂ ਉਹ ਸੇਵਕ ਜਲਦੀ ਨਾਲ ਹਜ਼ੂਰ ਦਾ ਜੋੜਾ ਪੈਰਾਂ ਦਾ ਲੈ ਕੇ ਪਿੱਛੇ ਦੌੜੇ। ਕਈ ਹੋਰ ਸੇਵਕ ਜਿਹੜੇ ਨੇ ਗੁਰੂ ਕੇ ਸਵਾਰਿਓ ਪਿੱਛੇ ਸਤਿਗੁਰੂ ਜੀ ਦੇ ਦੌੜ ਕੇ ਸਤਿਗੁਰਾਂ ਨੂੰ ਮਿਲੇ। ਦਾਮਨ ਆਨੋ ਹੁਕਮ ਕਰੰਤੇ, ਤੈ ਸਤਿਗੁਰ ਪਹੁੰਚੇ ਉਤਲੰਤੇ। ਗੁਰੂ ਜੀ ਨੇ ਉਸ ਵੇਲੇ ਆਉਣ ਵਾਲੇ ਜਿਹੜੇ ਸਿੱਖ ਆ ਕੇ ਮਿਲੇ, ਪਾਤਸ਼ਾਹ ਜੀ ਨੇ ਉਹਨਾਂ ਨੂੰ ਹੁਕਮ ਕੀਤਾ, ਭਾਈ ਦਾਮਨ ਆਨੋ, ਇਹਦਾ ਮਤਲਬ ਹੈ ਇੱਕ ਰੱਸਾ ਲਿਆਵੋ, ਜਲਦੀ ਕਰੋ। ਐਸਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਹੁਕਮ ਸਿੱਖਾਂ ਨੂੰ ਸੁਣਾਇਆ ਤੇ ਆਪ ਸਤਿਗੁਰੂ ਜੀ ਉਸ ਖੂਹ ਦੇ ਨੇੜੇ ਪਹੁੰਚ ਗਏ ਹਨ। ਉਤੋਂ ਸਮੀਪ ਪਹੁੰਚੇ ਜਾਏ,
ਧਾਏ ਧਾਏ ਸਿੱਖ ਆਨ ਮਿਲਾਏ। ਗੁਰੂ ਕੇ ਸਵਾਰੇ ਨੇੜੇ ਹੀ ਉੱਥੇ ਪਹੁੰਚ ਗਿਆ ਉਸ ਖੂਹ ਦੇ ਕੋਲ ਜਿੱਥੇ ਭਾਈ ਮੰਝ ਡਿੱਗਾ ਹੋਇਆ। ਇੰਨੇ ਚਿਰ ਨੂੰ ਹੋਰ ਵੀ ਸਿੱਖ ਜਿਹੜੇ ਸਨ ਉਹਨਾਂ ਨੇ ਜਦੋਂ ਸਤਿਗੁਰਾਂ ਨੂੰ ਖੂਹ ਕੋਲ ਆਉਂਦਿਆਂ ਵੇਖਿਆ, ਜਲਦੀ ਦੇ ਨਾਲ ਉਹ ਵੀ ਦੌੜ ਦੌੜ ਕੇ ਗੁਰੂ ਕੇ ਸਵਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਪਹੁੰਚੇ। ਉਹ ਸਾਰੇ ਸਿੱਖ ਜਿਹੜੇ ਨੇ ਉਥੇ ਆਏ ਹਨ। ਊਪ ਤੀਰਥਿਤ ਹੋਏ ਉਚਾਰਾ, ਕੌਣ ਹੈ ਤੂੰ ਕਸ਼ਟ ਮੁਝਾਰਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਉਸ ਖੂਹ ਦੇ ਕੰਢੇ ਤੇ ਖਲੋਤੇ ਨੇ ਤੇ ਖੂਹ ਦੇ ਕੰਢੇ ਤੇ ਖਲੋ ਕੇ ਹਜ਼ੂਰ ਨੇ ਆਪਣੀ ਰਸਨਾ ਤੋਂ ਬਚਨ ਕਹੇ। ਕਹਿਣ ਲੱਗੇ, ਭਾਈ ਕੌਣ ਹੈ ਜਿਹੜਾ ਇੰਨੇ ਕਸ਼ਟ ਵਿੱਚ ਹੈ? ਆਪ ਤਾਂ ਜਾਣਦੇ ਨੇ ਸਭ ਕੁਝ, ਪਰ ਗੁਰੂ ਕੇ ਸਵਾਰਿਓ ਇਹ ਗੱਲ ਉਹਦੇ ਮੁਖ ਤੋਂ ਪ੍ਰਗਟ ਕਰਨਾ ਚਾਹੁੰਦੇ ਹਨ। ਸਤਿਗੁਰੂ ਕਹਿਣ ਲੱਗੇ, ਭਾਈ ਤੂੰ ਕੌਣ ਹੈ ਜਿਹੜਾ ਇੰਨੇ ਕਸ਼ਟ ਵਿੱਚ ਹੈ ਤੇ ਇਸ ਖੂਹ ਵਿੱਚ ਡਿੱਗਾ ਹੋਇਆ ਹੈ? ਕਾਸਟ ਭਾਰ ਸੀਰ ਪਰ ਧਰਿਓ, ਕਿਉਂ ਨਾ ਗੇਰਤ ਜਲ ਮੈਂ ਖਰਿਓ। ਗਰੀਬ ਨਵਾਜ ਪਾਤਸ਼ਾਹ ਜੀ ਨੇ ਖੂਹ ਦੇ ਕਿਨਾਰੇ ਤੇ ਖਲੋਤਿਆਂ ਆਵਾਜ਼ ਦਿੱਤੀ, ਭਈ ਇੱਕ ਤੇ ਤੂੰ ਖੂਹ ਵਿੱਚ ਡਿੱਗਾ ਹੋਇਆ, ਦੂਸਰਾ ਤੂੰ ਲੱਕੜਾਂ ਦਾ ਭਾਰ ਆਪਣੇ ਸਿਰ ਤੇ ਚੁੱਕਿਆ ਹੋਇਆ, ਤੀਸਰੀ ਗੱਲ ਤੂੰ ਇਸ ਭਾਰ ਨੂੰ ਖੂਹ ਵਿੱਚ ਡਿੱਗਿਆ ਥੱਲੇ ਕਿਉਂ ਨਹੀਂ ਸੁੱਟ ਦਿੰਦਾ? ਐਸਾ ਕੌਣ ਪੁਰਸ਼ ਹੈ ਤੂੰ ਜਿਹੜਾ ਇੰਨੀ ਸ਼ਿੱਦਤ ਦੇ ਨਾਲ ਲੱਕੜਾਂ ਦਾ ਭਾਰ ਸਿਰ ਤੇ ਚੁੱਕ ਕੇ ਖੂਹ ਦੇ ਵਿੱਚ ਖਲੋਤਾ ਹੈ? ਕਹਿਓ ਮੰਝ ਹੈ ਮੇਰੋ ਨਾਮ, ਸੇਵਕ ਸ੍ਰੀ ਸਤਿਗੁਰ ਕੇ ਧਾਮ। ਇੰਨੇ ਚਿਰ ਨੂੰ ਭਾਈ ਮੰਝ ਸਾਹਿਬ ਨੇ ਖੂਹ ਵਿੱਚੋਂ ਅੰਦਰੋਂ ਆਵਾਜ਼ ਦਿੱਤੀ, ਮੋੜਵਾ ਜਵਾਬ ਦਿੱਤਾ। ਕਹਿਣ ਲੱਗੇ, ਭਾਈ ਉਹਨੂੰ ਵੀ ਨਹੀਂ ਪਤਾ ਕਿ ਸ਼ਾਇਦ ਸਤਿਗੁਰੂ ਜੀ ਆਪ ਕਿਰਪਾ ਕਰਨ ਵਾਸਤੇ ਖੂਹ ਦੇ ਕਿਨਾਰੇ ਤੇ ਖਲੋਤੇ ਹੋਏ ਨੇ। ਭਾਈ ਮੰਝ ਨੇ ਕਿਹਾ ਵੀ ਮੇਰਾ ਨਾਮ ਹੈ ਮੰਝ, ਮੈਨੂੰ ਇਸ ਨਾਮ ਨਾਲ ਲੋਕ ਪੁਕਾਰਦੇ ਨੇ। ਦੂਸਰੀ ਗੱਲ, ਮੈਂ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਧਾਮ ਦਾ ਘਰ ਦਾ ਸੇਵਾਦਾਰ ਹਾਂ, ਮੈਂ ਉਹਨਾਂ ਦੇ ਦਰ ਦੀ ਚਾਕਰੀ ਕਰਦਾ ਹਾਂ। ਕਿਤਨੇ ਮੈਂ ਰੱਜੂ ਨਰ ਲਿਆਏ, ਗੁਰਹਿਤ ਅਸਵਾਰੀ ਲੈ ਆਏ। ਇੰਨੇ ਚਿਰ ਨੂੰ ਗੁਰੂ ਕੇ ਸਵਾਰੋ ਇਹ ਬੋਲ ਭਾਈ ਮੰਝ ਕਹਿ ਰਿਹਾ ਸੀ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਖੂਹ ਦੇ ਕਿਨਾਰੇ ਖੜੇ ਹੋ ਕੇ ਉਹਦੇ ਤੇ ਕਿਰਪਾ ਕਰ ਰਹੇ ਸਨ। ਇੰਨੇ ਚਿਰ ਨੂੰ ਕੁਝ ਮਨੁੱਖ ਜਿਹੜੇ ਨੇ ਗੁਰੂ ਕੇ ਸਵਾਰਿਓ ਰੱਜੂ ਦਾ ਭਾਵ ਹੈ ਰੱਸੀ ਲੈ ਕੇ ਆ ਗਏ। ਕੁਝ ਸਿੱਖ ਜਿਹੜੇ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਵਾਸਤੇ ਅਸਵਾਰੀ ਲੈ ਕੇ ਆਏ, ਕਿਉਂਕਿ ਸਤਿਗੁਰੂ ਜੀ ਆਪ ਪੈਦਲ ਆਏ ਨੇ, ਤੁਰਦੇ ਆਏ ਨੇ ਤੇ ਦੂਰ ਹੈ ਥੋੜਾ ਜਿਹਾ ਸਫ਼ਰ, ਇਸ ਕਰਕੇ ਸਿੱਖ ਅਸਵਾਰੀ ਲੈ ਕੇ ਵੀ ਆਏ। ਜ਼ੀਨਤ ਰੰਗ ਪਾਏ ਕਰ ਤੂਰਨ, ਸਿਵਕਾ ਲਿਆਏ ਜਹ ਗੁਰਪੂਰਨ। ਗੁਰੂ ਕੇ ਸਵਾਰੋ ਜਿੱਥੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪੂਰੇ ਗੁਰੂ ਹਨ, ਉਸ ਜਗ੍ਹਾ ਦੇ ਉੱਤੇ ਘੋੜੇ ਦੇ ਉੱਪਰ ਝੱਟ ਕਾਠੀ ਪਾ ਕੇ ਸਿੱਖ ਲਿਆਏ, ਉੱਥੇ ਪਾਲਕੀ ਵੀ ਲੈ ਆਏ, ਜਿੱਥੇ ਸਮਰੱਥ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਇਸ ਖੂਹ ਦੇ ਕਿਨਾਰੇ ਤੇ ਖਲੋਤੇ ਹਨ। ਦਾਮਨ ਕੂਪ ਵਿਖੇ ਲਟਕਾਈ, ਕਹਿਓ ਕਿ ਗਏ ਆਵੋ ਉਪਰਾਈ। ਇਹਨੇ ਚਿਰ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਜਿਹੜੀ ਰੱਸੀ ਸੀ, ਉਸ ਰੱਸੀ ਨੂੰ ਆਪਣੇ ਹੱਥ ਵਿੱਚ ਪਕੜ ਕੇ ਤੇ ਥੱਲੇ ਖੂਹ ਵਿੱਚ ਲਟਕਾਇਆ। ਖੂਹ ਵਿੱਚ ਲਟਕਾ ਕੇ ਪਾਤਸ਼ਾਹ ਜੀ ਬਚਨ ਕਹਿੰਦੇ ਨੇ, ਕਹਿਣ ਲੱਗੇ, ਭਾਈ ਜਲਦੀ ਦੇ ਨਾਲ ਇਸ ਰੱਸੀ ਨੂੰ ਪਕੜ ਕੇ ਤੂੰ ਬਾਹਰ ਆ, ਖੂਹ ਵਿੱਚ ਨਾ ਰਹਿ, ਇਸ ਰੱਸੀ ਨੂੰ ਪਕੜ ਤੇ ਇਸ ਰੱਸੀ ਨੂੰ ਪਕੜ ਕੇ ਜਲਦੀ ਨਾਲ ਬਾਹਰ ਆਉਣਾ ਕਰ। ਪੂਰਬ ਭਾਰ ਨਿਕਾਸਨ ਕਰੋ, ਰਹਿ ਸ਼ੁਸ਼ਕ ਨੇ ਜੇ ਅਬ ਧਰਾਂ। ਭਾਈ ਮੰਝ ਸਾਹਿਬ ਨੇ ਅੱਗੋਂ ਬਚਨ ਕਹਿਣ ਲੱਗੇ, ਭਾਈ ਰੱਸੀ ਸੁੱਟਣ ਵਾਲੇ ਪੁਰਖਾ, ਸ਼ਾਇਦ ਉਹਨੂੰ ਜਿਵੇਂ ਪਹਿਲਾਂ ਬੇਨਤੀ ਕੀਤੀ ਹੈ ਪਤਾ ਨਹੀਂ ਹੈ ਕਿ ਗੁਰੂ ਸਾਹਿਬ ਆਪ ਹਨ।
ਉਹਨੇ ਅੱਗੋਂ ਜਵਾਬ ਦਿੱਤਾ, ਕਹਿ ਲੱਗੇ ਵੀ ਜੇ ਤੁਸਾਂ ਨੇ ਮੈਨੂੰ ਬਾਹਰ ਕੱਢਣਾ ਹੈ ਤੇ ਸਭ ਤੋਂ ਪਹਿਲਾਂ ਆ ਮੇਰੇ ਸਿਰ ਦੇ ਉੱਪਰ ਜਿਹੜਾ ਭਾਰ ਹੈ, ਕਹਿਣ ਤੋਂ ਭਾਵ ਜਿਹੜੀ ਲੱਕੜਾਂ ਦੀ ਪੰਡ ਹੈ, ਇਸ ਨੂੰ ਬਾਹਰ ਕੱਢਣਾ ਕਰੋ। ਕਿਉਂਕਿ ਜੇ ਮੈਂ ਹੁਣ ਇਸ ਨੂੰ ਧਰ ਦੇਣਾ ਵਾ ਥੱਲੇ, ਇਹ ਲੰਗਰ ਵਾਸਤੇ ਹੈ। ਹਨ ਲੱਕੜਾਂ ਇਹ ਸਾਰੀਆਂ ਸੁੱਕੀਆਂ ਨੇ, ਫਿਰ ਸੁੱਕੀਆਂ ਨਹੀਂ ਰਹਿਣਗੀਆਂ, ਇਹ ਭਿੱਜ ਜਾਣਗੀਆਂ। ਹੁਣ ਪਿੱਛੇ ਮੁਝ ਲਿਓ ਨਿਕਾਸ, ਲੈ ਈਂਧਨ ਚਲਿਓ ਗੁਰ ਪਾਸ। ਕਹਿਣ ਲੱਗੇ ਉਸ ਤੋਂ ਬਾਅਦ ਪਹਿਲਾਂ ਬਾਲਣ ਕੱਢਿਆ ਜਾਵੇ, ਆ ਪੰਡ ਬਾਲਣ ਦੀ ਬਾਹਰ ਕੱਢੋ, ਤੇ ਉਸ ਤੋਂ ਬਾਅਦ ਫਿਰ ਮੈਨੂੰ ਬਾਹਰ ਕੱਢਣਾ। ਮੈਂ ਬਾਹਰ ਨਿਕਲ ਕੇ ਆ ਲੱਕੜਾਂ ਦੀ ਪੰਡ ਚੁੱਕ ਕੇ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਦਰਬਾਰ ਚਲਾ ਜਾਵਾਂਗਾ। ਰੱਜੂ ਸੰਗ ਬੰਦ ਕਰ ਭਾਰਾ, ਖੈਂਚ ਵੈਰ ਕੋ ਨਰਨ ਨਿਕਾਰਾ। ਗੁਰੂ ਕੇ ਸਵਾਰੋ ਰੱਸੀ ਦੇ ਨਾਲ ਉਸ ਭਾਰ ਨੂੰ ਬੰਨ ਕੇ, ਪਹਿਲਾਂ ਭਾਰ ਉਹ ਪੰਡ ਬੰਨੀ, ਜਦੋਂ ਰੱਸੀ ਨਾਲ ਬੰਨ ਲਈ ਤੇ ਕੁਝ ਪੁਰਸ਼ਾਂ ਨੇ ਉਸ ਭਾਰ ਨੂੰ ਰੱਸੀ ਦੇ ਨਾਲ ਖਿੱਚ ਕੇ ਜਲਦੀ ਨਾਲ ਬਾਹਰ ਕੱਢਿਆ ਹੈ। ਪਿੱਛੇ ਤੇ ਦਾਮਨ ਗਏ ਹਾਥ, ਨਿਕਸਿਓ ਤਿਆਗ ਕੂਪ ਬਲ ਸਾਥ। ਉਸ ਤੋਂ ਪਿੱਛੇ ਜਦੋਂ ਦੂਜੀ ਵਾਰੀ ਰੱਸੀ ਗੁਰੂ ਕੇ ਸਵਾਰਿਓ ਖੂਹ ਵਿੱਚ ਸੁੱਟੀ ਗਈ, ਤਾਂ ਫਿਰ ਭਾਈ ਮੰਝ ਜੀ ਨੇ ਉਸ ਰੱਸੀ ਨੂੰ ਆਪ ਪਕੜਿਆ, ਤੇ ਰੱਸੀ ਨੂੰ ਪਕੜਨ ਤੋਂ ਬਾਅਦ ਖੂਹ ਨੂੰ ਉਸਨੇ ਛੱਡਿਆ, ਆਪਣਾ ਜ਼ੋਰ ਵੀ ਲਾਇਆ, ਆਪਣਾ ਤਾਕਤ ਵੀ ਲਾ ਕੇ ਇਹ ਖੂਹ ਤੋਂ ਬਾਹਰ ਨਿਕਲਿਆ ਹੈ। ਸ਼੍ਰੀ ਅਰਜਨ ਠਾਡੇ ਦੇਖ ਢਿਗ ਦੇਖ, ਪਾਇਨ ਪਰਿਓ ਸੋ ਪ੍ਰੇਮ ਵਿਸੇਖ। ਜਦੋਂ ਉਹ ਕਿਨਾਰੇ ਤੇ ਆਇਆ ਤੇ ਉਹ ਹੈਰਾਨ ਹੋ ਗਿਆ, ਕਹਿ ਲੱਗੇ ਕਮਾਲ ਹੋ ਗਈ, ਤੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਖੂਹ ਵਿੱਚੋਂ ਕੱਢਣ ਲਈ ਆਏ। ਇੱਕੋ ਦਮ ਗੁਰੂ ਸਾਹਿਬ ਜੀ ਨੂੰ ਇਸਨੇ ਜਦੋਂ ਕਿਨਾਰੇ ਤੇ ਖਲੋਤਿਆਂ ਵੇਖਿਆ, ਦਰਸ਼ਨ ਕੀਤੇ, ਤੇ ਸਭ ਤੋਂ ਪਹਿਲਾਂ ਗੁਰੂ ਕੇ ਸਵਾਰਿਓ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਡਿੱਗ ਪਿਆ, ਨਮਸਕਾਰ ਕੀਤੇ, ਬੜਾ ਪ੍ਰੇਮ ਕੀਤਾ। ਕਮਾਲ ਹੋ ਗਈ, ਐਸਾ ਗੁਰੂ ਜਿਨਨੇ ਮੈਨੂੰ ਆਪ ਆ ਕੇ ਇਸ ਖੂਹ ਵਿੱਚੋਂ ਕੱਢਿਆ ਹੈ। ਇਹੋ ਕੁਛ ਨਹੀਂ ਨਰਾਵਰ ਬਾਤ, ਸਿੱਖਣ ਕੇ ਸਹਾਏ ਦਿਨ ਰਾਤ। ਇਹ ਮਨ ਵਿੱਚ ਸੋਚਦੇ ਆ, ਜਿਹਨੂੰ ਇਹ ਖਿਆਲ ਆ ਗਿਆ ਵੀ ਇਹ ਪਾਤਸ਼ਾਹ ਵਾਸਤੇ ਕੋਈ ਨਵੀਂ ਗੱਲ ਨਹੀਂ ਹੈ, ਇਹ ਤੇ ਇਸ ਦਾ ਸੁਭਾਅ ਹੈ, ਗੁਰੂ ਦਾ ਸੁਭਾਅ ਹੈ ਵੀ ਸਿੱਖਾਂ ਦੀ ਸਹਾਇਤਾ ਦਿਨ ਰਾਤ ਗੁਰੂ ਸਾਹਿਬ ਕਰਦੇ ਨੇ। ਸਿੱਖਾਂ ਦੀ ਸਹਾਇਤਾ ਹਮੇਸ਼ਾ ਗੁਰੂ ਕਰਦਾ ਹੈ। ਅਸੀਂ ਸੁਖਮਨੀ ਸਾਹਿਬ ਵਿੱਚ ਇਹ ਬਚਨ ਗੁਰੂ ਕੇ ਸਵਾਰਿਓ ਪੜ੍ਹਦੇ ਹਾਂ, ਜੋ ਗੁਰੂ ਆਪਣੇ ਸਿੱਖ ਵਾਸਤੇ ਕਰਦਾ ਹੈ। ਕਦੀ ਸੁਖਮਨੀ ਸਾਹਿਬ ਵਿੱਚ ਇਹਨਾਂ ਪਦਾਂ ਦੇ, ਇਹਨਾਂ ਬਚਨਾਂ ਦੇ ਦਰਸ਼ਨ ਕਰੋ। ਸਤਿਗੁਰੂ ਕਹਿੰਦੇ, ਸਤਿਗੁਰੂ ਸਿੱਖ ਕੀ ਕਰੈ ਪ੍ਰਤਪਾਲ। ਗੁਰੂ ਆਪਣੇ ਸਿੱਖ ਦੀ ਪ੍ਰਤਪਾਲਨਾ ਕਰਦਾ ਹੈ। ਸੇਵਕ ਕਉ ਗੁਰ ਸਦਾ ਦਇਆਲ, ਸਿੱਖ ਕੀ ਗੁਰ ਦੁਰਮਤ ਮਲ ਖਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰੂ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਬੇਕਾਰ ਤੇ ਹਟੇ। ਇਹ ਗੁਰੂ ਉਹਦੇ ਤੇ ਕਿਰਪਾ ਕਰਦਾ। ਅੱਗੇ ਹੋਰ ਕਿਹੜੀ ਕਿਰਪਾ ਕਰਦਾ? ਸਤਿਗੁਰੂ ਸਿੱਖ ਕੋ ਨਾਮ ਧਨ ਦੇ। ਗੁਰੂ ਆਪਣੇ ਸਿੱਖ ਨੂੰ ਕਹਿੰਦਾ, ਲੈ ਉਹ ਸਿੱਖਾ, ਸੰਸਾਰੀ ਧਨ ਤੇ ਕੇਵਲ 4 ਦਿਹਾੜੇ ਦੀ ਖੇਡ ਹੈ। ਮੈਂ ਤੈਨੂੰ ਨਾਮ ਦਾ ਧਨ ਦੇਣਾ, ਜਿੱਥੇ ਸਾਰੇ ਛੱਡ ਜਾਣਗੇ ਉੱਥੇ ਨਾਮ ਦਾ ਧਨ ਤੇਰੇ ਨਾਲ ਜਾਏਗਾ। ਸਤਿਗੁਰੂ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਫਿਰ ਕਹਿੰਦੇ ਸਤਿਗੁਰੂ ਸਿੱਖ ਕਾ ਹਾਲਤ ਪਲਤ ਸਵਾਰ ਹੈ। ਇਹ ਸੁਭਾਅ ਹੈ ਗੁਰੂ ਦਾ। ਆਪਣੇ ਸਿੱਖ ਦਾ ਲੋਕ ਵੀ ਸਵਾਰਦਾ ਹੈ, ਪਰਲੋਕ ਵੀ ਸਵਾਰਦਾ ਹੈ। ਨਾਨਕ ਸਤਿਗੁਰੂ ਸਿੱਖ ਕੋ ਜੀ ਨਾਲ ਸਮਾਰੈ। ਕਹਿੰਦੇ ਸਿੱਖ ਨੂੰ ਗੁਰੂ ਆਪਣੇ ਜਿੰਦ ਨਾਲ ਲਾ ਕੇ ਸੰਭਾਲਦਾ ਹੈ। ਇਹ ਤੇ ਗੁਰੂ ਦਾ ਪੁਰਾਤਨ ਬਿਰਧ ਹੈ। ਭਾਈ ਮੰਝ ਸਾਹਿਬ ਕਹਿੰਦੇ ਨੇ, ਐ ਬੰਦਿਆ, ਇਹ ਤੇ ਐਸੇ ਗੁਰੂ ਦਾ ਸ਼ੁਰੂ ਤੋਂ ਸੁਭਾਅ ਹੈ। ਆਪਣੇ ਸਿੱਖਾਂ ਦੀ
ਹਮੇਸ਼ਾ ਪ੍ਰਤਪਾਲਣਾ ਕਰਦਾ ਆਇਆ ਹੈ। ਗਜ ਕੋ ਕਸ਼ਟ ਭਇਓ ਜਬ ਪਹਾਰੀ ਉਸ ਮਰਪ ਕਰ ਕਰੀ ਗੁਹਾਰੀ। ਉਹ ਪਹਿਲੀ ਫਿਰ ਉਦਾਹਰਨ ਦਿੱਤੀ ਵੀ ਜਦੋਂ ਹਾਥੀ ਨੂੰ ਬਹੁਤ ਜ਼ਿਆਦਾ ਸੰਕਟ ਆਇਆ, ਰਾਵਤ ਹਾਥੀ ਨੂੰ ਬਹੁਤ ਜ਼ਿਆਦਾ ਸੰਕਟ ਆਇਆ ਤੇ ਉਹਨੇ ਫੁੱਲ ਅਰਪਣ ਕਰਕੇ ਪੁਕਾਰ ਕੀਤੀ। ਜਦੋਂ ਉਸ ਅੱਗੇ ਮਾਲਕ ਅੱਗੇ ਉਸ ਹਾਥੀ ਨੇ ਪੁਕਾਰ ਕੀਤੇ, ਲక్ష్ਮੀ ਚਰਨ ਪਾਦ ਕਾ ਸ਼ੋਰ ਤਜ ਖਗ ਪਤ ਤਾਏ ਗਜ ਔਰ। ਉਸੇ ਵੇਲੇ ਹੀ ਆਪਣੀ ਜੁੱਤੀ ਨੂੰ ਛੱਡ ਕੇ ਉਹ ਭਗਵਾਨ ਜਿਹੜੇ ਨੇ ਹਾਥੀ ਵੱਲ ਦੌੜ ਪਏ। ਸਾਰਾ ਕੁਝ ਆਪਣਾ ਸਿੰਘਾਸਨ ਉਸਨੇ ਛੱਡਿਆ ਤੇ ਆਪਣੇ ਉਸ ਪੁਕਾਰ ਕਰਨ ਵਾਲੇ ਵੱਲ ਹਾਥੀ ਵੱਲ ਗਏ ਹਨ। ਲੀਨ ਬਚਾਏ ਡੂਬਤੇ ਜਲ ਤੇ ਬਿਰਧ ਸੰਭਾਰ ਸਹਾਇਕ ਬਲ ਤੇ। ਕਹਿ ਲਗੇ ਉਸ ਡੁੱਬਦੇ ਹੋਏ ਨੂੰ, ਜਲ ਵਿੱਚ ਡੁੱਬਦੇ ਹੋਏ ਨੂੰ ਉਸਨੇ ਬਚਾ ਲਿਆ। ਇਹ ਇਸ ਦਾ ਪੁਰਾਣਾ ਬਿਰਧ ਹੈ। ਜਿਹੜਾ ਵੀ ਉਹਨੂੰ ਯਾਦ ਕਰਦਾ ਹੈ, ਜਿਹੜਾ ਵੀ ਉਹਦੇ ਵੱਲ ਪੁਕਾਰ ਕਰਦਾ ਹੈ, ਉਹਨੂੰ ਬੇਨਤੀ ਕਰਦਾ ਹੈ, ਮਾਲਕ ਉਹਦੀ ਹੀ ਪੁਕਾਰ ਸੁਣਦਾ ਹੈ। ਸ਼ਰਤ ਇਹ ਹੈ ਕਿ ਉਹ ਅੰਦਰੋਂ ਕਰਦਾ ਹੋਵੇ, ਅੰਦਰੋਂ ਉਹਨੂੰ ਚੇਤਾ ਕਰੇ। ਕਹਿ ਲਗੇ ਤੇ ਮਾਲਕ ਦਾ ਪੁਰਾਣਾ ਬਿਰਧ ਹੈ। ਨਹਿ ਸੇਵਕ ਦੁਖ ਸਖੋ ਸਹਾਰੀ ਸ਼ਕਤੀਹੀਨ ਹੋਇ ਸ਼ਰਨ ਤੁਮਾਰੀ। ਭਾਈ ਮੰਝ ਸਾਹਿਬ ਇਹ ਬੋਲ ਆਪਣੀ ਜ਼ੁਬਾਨ ਤੇ ਲਿਆ ਕੇ ਸਤਿਗੁਰਾਂ ਦੇ ਸਨਮੁਖ ਕਹਿਣ ਲੱਗੇ, ਪਾਤਸ਼ਾਹ ਜੀ ਤੁਸੀਂ ਆਪਣੇ ਸੇਵਕਾਂ ਦੇ ਦੁੱਖ ਕਦੀ ਸਹਾਰ ਨਹੀਂ ਸਕਦੇ। ਜੇ ਤੁਹਾਡੇ ਸੇਵਕ ਨੂੰ ਕਿਧਰੇ ਕੋਈ ਦੁੱਖ ਆਵੇ ਤੇ ਗੁਰੂ ਆਪਣੇ ਸੇਵਕ ਦੇ ਦੁੱਖ ਸਹਾਰ ਨਹੀਂ ਸਕਦਾ। ਸ਼ਕਤਹੀਨ ਹਵੇ ਸ਼ਰਨ ਤੁਮਾਰੀ। ਜਦੋਂ ਉਹ ਸਿੱਖ ਸ਼ਕਤੀ ਤੋਂ ਹੀਣਾ ਹੋ ਕੇ ਜਦੋਂ ਤੁਹਾਡੀ ਸ਼ਰਨ ਵਿੱਚ ਪੈਂਦਾ ਹੈ, ਤੁਸੀਂ ਉਹਦੇ ਤੇ ਕਿਰਪਾ ਕਰਦੇ ਹੋ। ਲਾਜ ਤਰੋਪਤੀ ਕੀ ਰਖ ਲੀਨਸ ਅੰਬਰੀਕ ਕੋ ਨਿਰਭੈ ਦੀਨਸ। ਕਹਿ ਲਗੇ ਮਹਾਰਾਜ ਤੁਸਾਂ ਨੇ ਦ੍ਰੋਪਦੀ ਦੀ ਲਾਜ ਰੱਖ ਲਈ। ਤੁਸਾਂ ਤੇ ਕਹਿੰਦੇ ਨੇ ਅਮਰੀਕ ਨੂੰ ਵੀ ਸਹਾਇਤਾ ਕਰਕੇ ਉਸ ਨੂੰ ਨਿਰਭੈ ਪਦ ਦੇ ਦਿੱਤਾ। ਗੁਣ ਰਾਵਰ ਕੇ ਕੌਣ ਗਿਨਾਵੈ ਜਿਨ ਕੋ ਸ਼ੇਸ਼ ਸਾਰਦਾ ਗਾਵੈ। ਭਾਈ ਮੰਝ ਸਾਹਿਬ ਕਹਿ ਲਗੇ ਪਾਤਸ਼ਾਹ ਆਪ ਜੀ ਦੇ ਗੁਣ ਕਿਹੜੇ ਬਿਆਨ ਕੀਤੇ ਜਾਣ, ਕਿਹੜੇ ਕਿਹੜੇ ਗੁਣ ਬਿਆਨ ਕਰੀਏ। ਕਹਿਣ ਤੋਂ ਭਾਵ ਤੁਹਾਡੇ ਗੁਣ ਪੂਰੇ ਗਿਣੇ ਨਹੀਂ ਜਾ ਸਕਦੇ। ਤੁਹਾਨੂੰ ਤਾਂ ਸ਼ੇਖ ਨਾਗ ਵੀ ਗਾਉਂਦਾ ਹੈ, ਸ਼ਾਰਦਾ ਵੀ ਤੁਹਾਨੂੰ ਗਾਇਨ ਕਰਦੀ ਹੈ। ਮਾਲਕ ਜੀ ਇਸ ਮੂੰਹ ਤੋਂ ਕਿਹੜੇ ਕਿਹੜੇ ਗੁਣ ਤੁਹਾਡੇ ਬਿਆਨ ਕੀਤੇ ਜਾਣ। ਮਾਂਗ ਮਾਂਗ ਪਉ ਮੰਜ ਸੁਜਾਨਾ ਹਮ ਪ੍ਰਸੰਨ ਲਿਓ ਬਾਂਛਤ ਦਾਨਾ। ਇਹਨੇ ਚਿਰ ਨੂੰ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਭਾਈ ਮੰਝ ਨੂੰ ਆਪਣੀ ਰਸਨਾ ਤੋਂ ਅਗਲੇ ਬੋਲ ਕਹੇ। ਜਿਹੜੇ ਬੋਲ ਕਹੇ ਦੇਖੋ ਕਿੰਨੀ ਉਸੀ ਕਮਾਈ ਹੋਈ ਸਿੱਖੀ ਤੇ ਪ੍ਰਸੰਨ ਹੋਏ ਨੇ, ਕਿੰਨੇ ਖੁਸ਼ ਹੋਏ ਨੇ। ਤੇ ਬਚਨ ਕਹਿ ਲਗੇ ਨੇ ਮੰਝ ਮੰਗ, ਦੋ ਵਾਰੀ ਕਿਹਾ ਮੰਗ। ਉਹ ਸਿਆਣਿਆ ਕੁਝ ਮੰਗ, ਅਜ ਮੈਂ ਤੇਰੇ ਤੇ ਪ੍ਰਸੰਨ ਹਾਂ, ਹਮ ਪ੍ਰਸੰਨ, ਮੈਂ ਤੇਰੇ ਤੇ ਖੁਸ਼ ਹਾਂ। ਲਿਓ ਬਾਂਛਤ ਦਾਨਾ, ਜੋ ਤੂੰ ਚਾਹੇਗਾ ਆਪਣੀ ਜ਼ਬਾਨ ਤੋਂ ਬੋਲ ਕੇ ਕਹੇਗਾ ਉਹੀ ਤੈਨੂੰ ਗੁਰੂ ਨਾਨਕ ਦੇ ਘਰੋਂ ਲੈ ਕੇ ਦਿਆਂਗੇ। ਕਿੱਡੀ ਵੱਡੀ ਗੱਲ ਹੈ। ਸਿੱਖ ਗੁਰੂ ਕੇ ਸਵਾਲ ਅਸੀਂ ਤੇ ਰੋਜ਼ ਮੰਗਦੇ ਹਾਂ। ਗੁਰੂ ਅੱਗੇ ਤਾਂ ਸੇਵਾਦਾਰ ਸਿੱਖ ਰੋਜ਼ ਮੰਗਦਾ ਹੈ, ਪਰ ਭਾਗਾਂ ਵਾਲਾ ਉਹ ਸਿੱਖ ਜਿਹਨੂੰ ਗੁਰੂ ਆਪ ਕਹਿੰਦਾ ਤੂੰ ਮੰਗ ਮੈਂ ਤੈਨੂੰ ਦੇਣ ਲਈ ਤਿਆਰ। ਇਹਦਾ ਭਾਵ ਉਸ ਸਿੱਖ ਦੀ ਘਾਲਣਾ ਤੋਂ ਗੁਰੂ ਪ੍ਰਸੰਨ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਚਨ ਕਹੇ, ਕਾਲ ਪਰੀ ਸਭ ਤੇਰੀ ਥਾਏ ਜਗਤ ਕਲੇਸ਼ ਛੁਟੇ ਸਮੁਦਾਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਮੰਝ ਤੇਰੀ ਘਾਲ ਥਾਏ ਪੈ, ਜਿੰਨੀ ਤੂੰ ਘਾਲ ਘਾਲੀ
ਬੇਮਿਸਾਲ ਘਾਲ ਘਾਲੀ ਤੇਰੀ ਘਾਲ ਥਾਂ ਪਈ, ਤੇਰੇ ਜਗਤ ਦੇ ਕਲੇਸ਼ ਜਿਹੜੇ ਨੇ ਸਾਰੇ ਮੁੱਕ ਗਏ ਹਨ। ਬੋਲਿਓ ਮੰਝ ਕਰੀ ਅਰਦਾਸ, ਇਹੀ ਮੰਗਹੁ ਰਾਵਰ ਪਾਸ। ਭਾਈ ਮੰਝ ਸਾਹਿਬ ਜੀ ਫਿਰ ਅੱਗੋਂ ਬੋਲੇ, ਉਹਨਾਂ ਨੇ ਬੇਨਤੀ ਕੀਤੀ, ਆਖਿਆ ਮਹਾਰਾਜ ਮੈਂ ਤੁਹਾਡੇ ਚਰਨਾਂ ਪਾਸੋਂ ਕੇਵਲ ਇਹੀ ਅਰਦਾਸ ਬੇਨਤੀ ਕਰਦਾ, ਇਹੀ ਮੰਗਦਾ ਹਾਂ। ਸਭ ਤੈ ਰਹੋ ਅਜਾਚੀ ਜੈਸੇ, ਸਤਨਾਮ ਬਿਨ ਚਾਹੋ ਨ ਕੈਸੇ। ਮਹਾਰਾਜ ਜਿਸ ਤਰ੍ਹਾਂ ਸਭ ਤੋਂ ਬੇਮੁਹਤਾਜ ਰਹਾ, ਇਹ ਕਿਰਪਾ ਕਰਿਓ ਮੇਰੇ ਤੇ। ਮੈਂ ਸਤਨਾਮ ਤੋਂ ਬਿਨਾ, ਸਿਮਰਨ ਤੋਂ ਬਿਨਾ ਕੋਈ ਹੋਰ ਚੀਜ਼ ਮੇਰੇ ਮਨ ਵਿੱਚ ਆਵੇ ਨਾ, ਮੈਂ ਕਿਸੇ ਨੂੰ ਚਾਹਾਂ ਹੀ ਨਾ। ਬਸ ਕੇਵਲ ਮੈਨੂੰ ਭੁੱਖ ਰਹਿ ਤੇ ਸਿਮਰਨ ਦੀ, ਪਿਆਸ ਰਹਿ ਤੇ ਤੁਹਾਡੀ ਯਾਦ ਸਿਮਰਨ ਦੀ। ਮੇਰੇ ਵਿੱਚੋਂ ਸਾਰੀਆਂ ਭੁੱਖਾਂ ਮਿਟਾ ਦੇ। ਕੋਈ ਵੀ ਮੈਂ ਕਿਸੇ ਦੀ ਪਰਵਾਹ ਨਾ ਕਰਾਂ, ਬਸ ਹਰ ਵੇਲੇ ਤੁਹਾਡੇ ਬਖਸ਼ਿਸ਼ ਕੀਤੇ ਹੋਏ ਨਾਮ ਵਿੱਚ ਜੁੜਿਆ ਰਹਾ। ਤੁਮਰੇ ਪਦ ਅਰਬਿੰਦ ਮਨਿੰਦ, ਮਮ ਮਾਨਸ ਮੈਂ ਦੀਪੋ ਮੁਕੰਦ। ਕਹਿ ਲਗੇ ਮਹਾਰਾਜ ਜੀ ਆਪ ਜੀ ਦੇ ਜਿਹੜੇ ਚਰਨ ਨੇ ਉਹ ਕਬਲ ਵਰਗੇ ਹਨ, ਮੁਕਤੀ ਦਾਤੇ ਹਨ। ਬਖਸ਼ਿਸ਼ ਕਰੋ ਮੇਰੇ ਮਨ ਨੂੰ, ਅੰਦਰ ਹਮੇਸ਼ਾ ਆਪਣੇ ਚਰਨਾਂ ਦਾ ਪ੍ਰਕਾਸ਼ ਤੇ ਪਿਆਰ ਬਖਸ਼ੋ। ਜਿਹੜਾ ਤੁਹਾਡੇ ਚਰਨਾਂ ਨਾਲ ਜੁੜਦਾ ਹੈ, ਤੁਸੀਂ ਉਸ ਨੂੰ ਮੁਕਤ ਪਦ ਦਿੰਦੇ, ਤੁਸੀਂ ਅੰਦਰ ਉਸ ਦੇ ਅੰਦਰ ਪ੍ਰਕਾਸ਼ ਕਰਦੇ। ਆਪਾਂ ਬਚਨ ਵੀ ਪੜ੍ਹਦੇ ਆ, ਸਤਿਗੁਰੂ ਜੀ ਨੇ ਕਿਰਪਾ ਕੀਤੀ। ਉਹ ਕਹਿੰਦੇ ਨੇ ਜਿੰਨਾ ਮਰਜ਼ੀ ਕੋਈ ਯਤਨ ਕਰ ਲੈ, ਗੁਰੂ ਤੋਂ ਬਿਨਾ ਕੋਈ ਅਗਿਆਨਤਾ ਦਾ ਅੰਧੇਰਾ ਆਪਣਾ ਦੂਰ ਨਹੀਂ ਕਰ ਸਕਦਾ। ਭਾਵੇਂ ਕੋਈ ਜਿੰਨੇ ਮਰਜ਼ੀ ਕਰਮ ਕਾਂਡ ਕਰ ਲਵੇ, ਗੁਰੂ ਤੋਂ ਬਿਨਾ ਕਹਿੰਦੇ ਨੇ ਅੰਦਰ ਪ੍ਰਕਾਸ਼ ਨਹੀਂ ਪ੍ਰਾਪਤ ਕਰ ਸਕਦਾ। ਤੇ ਤਾਂ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕਿਹਾ ਵੀ ਮੈਂ ਬਲਿਹਾਰ ਹਾਂ ਉਸ ਗੁਰੂ ਤੋਂ ਜਿਹਨੇ ਆਪਣੀ ਨਜ਼ਰ ਕੀਤੀ ਤੇ ਦੇਵਤੇ ਬਣਾ ਦਿੱਤਾ, ਮਨੁੱਖ ਤੋਂ ਦੇਵਤੇ ਕਰ ਦਿੱਤਾ। ਤੇ ਕਰਨ ਲੱਗਿਆ ਵੀ ਉਹਨੇ ਕੋਈ ਦੇਰ ਨਹੀਂ ਲਾਈ। ਬਲਿਹਾਰੀ ਗੁਰ ਆਪਣੇ, ਦਿਹਾੜੀ ਸਦ ਵਾਰ। ਮੈਂ ਬਲਿਹਾਰ ਆਪਣੇ ਗੁਰੂ ਤੋਂ, ਦਿਹਾੜੀ ਵਿੱਚ ਸੈਂਕੜੇ ਵਾਰ ਉਹਦੇ ਤੋਂ ਕੁਰਬਾਨ ਆ। ਪੁੱਛਿਆ ਕਿਉਂ? ਕਹਿ ਲਗੇ ਜਿਨ ਮਾਨਸ ਤੇ ਦੇਵਤੇ ਕੀਏ, ਜਿਸ ਗੁਰੂ ਨੇ ਮਨੁੱਖ ਤੋਂ ਦੇਵਤੇ ਬਣਾ ਦਿੱਤਾ, ਕਰਤ ਨਾ ਲਾਗੀ ਵਾਰ। ਤੇ ਜਿਨੇ ਦੇਵਤੇ ਕਰ ਲੱਗੀਆਂ ਦੇਰ ਨਾ ਲਾਈ। ਐਸਾ ਸਮਰੱਥ ਸਤਿਗੁਰੂ। ਕਹਿ ਲਗੇ ਮਹਾਰਾਜ ਕਿਰਪਾ ਕਰੋ ਵੀ ਮਨ ਹਮੇਸ਼ਾ ਆਪਣੇ ਚਰਨਾਂ ਵਿੱਚ, ਤੁਹਾਡੇ ਚਰਨਾਂ ਵਿੱਚ ਜੁੜਿਆ ਰਹੇ ਤੇ ਸਦਾ ਆਜਾਚੀ ਬਣਿਆ ਰਹੇ। ਕੁਝ ਮੰਗਾ ਨਾ ਕਿਸੇ ਚੀਜ਼ ਦੀ, ਮੈਨੂੰ ਲੋੜ ਹੋਰ ਮਹਿਸੂਸ ਨਾ ਕਰਾਂ। ਸ਼੍ਰੀ ਅਰਜਨ ਸੁਨ ਪੁਨਹ ਬਖਾਨਾ, ਅਪਰ ਮਾਗ ਪੋ ਸਿੱਖ ਮਹਾਨਾ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਦੂਸਰੀ ਵਾਰੀ ਬਚਨ ਕਿਹਾ। ਕਹਿਣ ਲੱਗੇ ਮੰਝ ਹੋਰ ਮੰਗ ਮੰਗ, ਅਪਰ ਮੰਗ ਪੋ ਸਿੱਖ ਮਹਾਨਾ। ਉਹ ਤੂੰ ਬੜਾ ਸਿੱਖ ਮਹਾਨ ਸਿੱਖ ਹੈ, ਇਦੋਂ ਬਿਨਾ ਕੁਝ ਹੋਰ ਵੀ ਮੰਗ। ਕੀ ਮੰਗਣਾ ਚਾਹੁੰਦਾ ਹੈ? ਗੁਰ ਜੀ ਦਾਸਨ ਪਰ ਅਸ ਪੀਰ, ਸਭ ਨਾ ਸਕੈ ਸਹਿ ਹੋਏ ਅਧੀਰ। ਅਗਲੀ ਗੱਲ ਜਿਹੜੀ ਉਸਨੇ ਕਹੀ, ਕਹਿਣ ਲੱਗੇ ਮਹਾਰਾਜ ਜੇ ਤੁਸੀਂ ਖੁਸ਼ ਹੋ ਨਾ, ਕਹਿੰਦੇ ਹੋ ਵੀ ਹੋਰ ਕੁਝ ਮੰਗ, ਤੇ ਉਹ ਮੰਗ ਮੇਰੀ ਇਹ ਹੈ, ਗੁਰੂ ਜੀ ਦਾਸਨ ਪਰ ਅਸ ਭੀੜ। ਸਤਿਗੁਰੂ ਜੀ ਆਪਣੇ ਸੇਵਕਾਂ ਤੇ ਆਪਣੇ ਦਾਸਾਂ ਤੇ ਆਈਓ ਜੀ ਭੀੜ ਜਿਹੜੀ ਹੈ ਨਾ, ਇਹ ਕਿਰਪਾ ਕਰਿਓ ਵੀ ਪਰਤ ਕੇ ਆਈਓ ਜੀ ਪ੍ਰੀਖਿਆ ਨਾ ਲਿਆ ਜੇ। ਅੱਜ ਇਸ ਰਸਤੇ ਵਿੱਚੋਂ ਤੁਸੀਂ ਆਪਣੇ ਦਾਸ ਨੂੰ ਕੱਢ ਲਿਆ ਨਾ, ਮਹਾਰਾਜ ਕਿਰਪਾ ਕਰਿਓ ਕਿ ਇਸ ਰਸਤੇ ਵਿੱਚੋਂ ਸਹਿ ਨਾ ਸਕੇ, ਸਭ ਨਾ ਸਕੈ ਸਹਿ ਹੋਏ ਅਧੀਰ। ਇਹ ਸਾਰੇ ਹੋਰ ਕੋਈ ਸਾਰੇ ਨਹੀਂ ਸਹਿ ਸਕਣਗੇ, ਧੀਰਜ ਛੱਡ ਦੇਣਗੇ। ਤੇ ਕਿਰਪਾ ਕਰਿਓ ਵੀ ਐਸੀ ਪ੍ਰੀਖਿਆ
ਪਰਤ ਕੇ ਤੁਸੀਂ ਕਿਸੇ ਦੀ ਨਾ ਲੈਣਾ ਕਰਨਾ ਜੇ। ਸੁਨੋ ਮੰਜ ਕੰਚਨ ਮਰ ਮਿਲਿਓ, ਘਟੈ ਸੋ ਜਿਉ ਜਿਉ ਅਗਨੀ ਢਲਿਓ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਚਨ ਫਿਰ ਭਾਈ ਮੰਝ ਸਾਹਿਬ ਨੂੰ ਕਹਿਣ ਲੱਗੇ, ਮੰਝ ਮੇਰੀ ਗੱਲ ਸੁਣ, ਸੋਨੇ ਦੇ ਨਾਲ ਮੈਲ ਮਿਲੀ ਹੁੰਦੀ ਹੈ, ਜਿਹੜਾ ਮੈਲਾ ਸੋਨਾ ਹੋਵੇ ਕਹਿਣ ਲੱਗੇ ਉਹਦੇ ਨਾਲ ਮੈਲ ਮਿਲੀ ਹੁੰਦੀ। ਜਿਵੇਂ ਜਿਵੇਂ ਸੋਨੇ ਨੂੰ ਅੱਗ ਵਿੱਚ ਢਾਲਦੇ ਆ, ਕੋਠਾਲੀ ਵਿੱਚ ਸੁਨਿਆਰਾ ਉਹਨਾਂ ਨੂੰ ਤਾ ਦਿੰਦਾ ਉਸ ਸੋਨੇ ਨੂੰ, ਤਿਵੇਂ ਤਿਵੇਂ ਉਹਦੀ ਮੈਲ ਘਟਦੀ ਹੈ। ਅਸ਼ੁੱਧ ਸੋਨੇ ਦਾ ਪ੍ਰਮਾਣ ਇੱਕੋ ਹੀ ਹੈ, ਬਾਹਰੋਂ ਵੇਖਣ ਲਈ ਤੇ ਉਹ ਵੀ ਲੱਗਦਾ ਵੀ ਬਹੁਤ ਇਹ ਸੋਨਾ ਹੀ ਹੋਵੇਗਾ, ਪਰ ਜਿਸ ਸੋਨੇ ਵਿੱਚ ਖੋਟ ਹੋਵੇ ਉਸ ਖੋਟ ਦਾ ਪਤਾ ਕੋਠਾਲੀ ਵਿੱਚ ਪੈਣ ਤੋਂ ਬਾਅਦ ਲੱਗਦਾ। ਤੇ ਜਿਹੜੇ ਸੋਨੇ ਦਾ ਕੰਮ ਕਰਦੇ ਨੇ ਉਹ ਦੱਸ ਦਿੰਦੇ ਨੇ ਵੀ ਇਸ ਸੋਨੇ ਵਿੱਚ ਖੋਟ ਕਿੰਨਾ ਹੈ, ਕਿਉਂਕਿ ਕੋਠਾਲੀ ਵਿੱਚ ਪਾਉਂਦੇ ਨੇ ਤੇ ਉਹ ਸੋਨਾ ਉਸ ਕੋਠਾਲੀ ਦੇ ਤਾ ਦੇ ਨਾਲ ਦੌੜਦਾ, ਟਿਕਦਾ ਨਹੀਂ। ਜਿਹਦੇ ਵਿੱਚ ਮੈਲ ਹੋਵੇ, ਜਿਉਂ ਜਿਉਂ ਉਹਨੂੰ ਤਾ ਦਿੰਦੇ ਨੇ ਉਹਦੀ ਮੈਲ ਘਟਦੀ ਹੈ, ਤੇ ਜਦੋਂ ਪੂਰਾ ਤਾ ਦਿੱਤਾ ਮੈਲ ਸਾਰੀ ਖਤਮ ਹੋ ਗਈ, ਤੇ ਫਿਰ ਸ਼ੁੱਧ ਸੋਨੇ ਦਾ ਪ੍ਰਮਾਣ ਇਹ ਹੈ ਕਿ ਉਹ ਕੋਠਾਲੀ ਵਿੱਚ ਠਹਿਰ ਜਾਂਦਾ। ਜਦੋਂ ਠਹਿਰ ਗਿਆ ਫਿਰ ਕਹਿੰਦੇ ਨੇ ਵੀ ਆਹ ਸੋਨਾ ਜਿਹੜਾ ਹੁਣ ਬਿਲਕੁਲ ਸ਼ੁੱਧ ਹੈ। ਉਹਨੂੰ ਬੰਦੀਆਂ ਦੇ ਹਿਸਾਬ ਨਾਲ ਫਿਰ ਗੁਰੂ ਕੇ ਸਵਾਰੋ ਅੱਗੇ ਉਹ ਤਕਸੀਮ ਕਰਦੇ ਨੇ। ਭਾਈ ਗੁਰਦਾਸ ਸਾਹਿਬ ਜੀ ਨੇ ਇਹ ਸਿਧਾਂਤ ਸਮਝਾਉਂਦਿਆਂ ਇੱਕ ਉਦਾਹਰਨ ਦਿੱਤੀ ਹੈ। ਉਹ ਕਹਿੰਦੇ ਨੇ ਕੰਚਨ ਅਸ਼ੁੱਧ, ਅਸ਼ੁੱਧ ਦਾ ਮਤਲਬ ਹੈ ਜਿਹਦੇ ਚ ਮੈਲ ਹੋਵੇ। ਕੰਚਨ ਅਸ਼ੁੱਧ ਜਿਉ ਕੋਠਾਰੀ ਠਹਿਰਾਤ ਨਹੀਂ, ਜਿਵੇਂ ਸੋਨਾ ਜਿਹਦੇ ਵਿੱਚ ਮੈਲ ਕੋਠਾਰੀ ਵਿੱਚ ਠਹਿਰਦਾ ਨਹੀਂ। ਸ਼ੁੱਧ ਭੈ ਨੇਚਨ ਸ਼ਬ ਕੈ ਸ਼ਕਤ ਹੈ, ਪਰ ਜਦੋਂ ਉਹਨੂੰ ਤਾ ਦਿੱਤਾ ਗਿਆ ਉਹ ਕੋਠਾਲੀ ਵਿੱਚ ਕਹਿੰਦੇ ਜਦੋਂ ਸ਼ੁੱਧ ਹੋ ਗਿਆ ਫਿਰ ਉਹ ਦੌੜ ਨੂੰ ਠਹਿਰ ਗਿਆ, ਰੁਕ ਗਿਆ। ਪਾਤਸ਼ਾਹ ਜੀ ਕਹਿਣ ਲੱਗੇ, ਮੰਝ ਜੇ ਮੈਲ ਹੋਵੇ ਨਾ ਸੋਨੇ ਵਿੱਚ ਤੇ ਜਿੰਨਾ ਤਾ ਦਈਏ, ਤਾ ਦੇਣ ਦੇ ਨਾਲ ਫਿਰ ਮੈਲ ਘਟਦੇ ਹੈ। ਤਾ ਕਸੌਟੀ ਤੇ ਸੁਧ ਹੋਏ, ਕੋਸ਼ ਵਿਕੈਲੇ ਪਈਅਤ ਸੋਏ। ਗਰੀਬ ਨਵਾਜ ਪਾਤਸ਼ਾਹ ਕਹਿਣ ਲੱਗੇ ਫਿਰ ਉਹ ਤਾਓ ਕਸਵੱਟੀ ਸਹਿ ਕੇ ਨਾ, ਤਾ ਸਹਿ ਕੇ ਉਹ ਸੋਨਾ ਜਿਹੜਾ ਸ਼ੁੱਧ ਹੋ ਜਾਂਦਾ। ਤੇ ਜਦੋਂ ਕਹਿੰਦੇ ਉਹ ਸ਼ੁੱਧ ਹੋਇਆ ਉਹਨੂੰ ਫਿਰ ਖਜ਼ਾਨੇ ਵਿੱਚ ਪਾ ਲਿਆ ਜਾਂਦਾ। ਇਹ 12 ਮੰਨੀ ਹੈ, ਇਹ ਸ਼ੁੱਧ ਸੋਨਾ ਹੈ, ਉਹਨੂੰ ਖਜ਼ਾਨੇ ਵਿੱਚ ਰੱਖ ਲਿਆ ਜਾਂਦਾ ਹੈ ਵੀ ਇਹ ਹੁਣ ਸ਼ੁੱਧ ਹੋ ਚੁੱਕਾ ਹੈ। ਜੋ ਸਤਿਗੁਰ ਕੇ ਸਿੱਖ ਉਦਾਰੇ, ਮੋਖ ਕੋਸ਼ ਕੇ ਉਚਿਤ ਸੁਧਾਰੇ। ਪਾਤਸ਼ਾਹ ਜੀ ਕਹਿਣ ਲੱਗੇ, ਐ ਮੰਝ ਜਿਹੜੇ ਸਤਿਗੁਰੂ ਦੇ ਸਿੱਖ ਨੇ ਨਾ, ਉਹ ਉਦਾਰੇ, ਉਹ ਚਾਹੁੰਦੇ ਨੇ ਜਿਹੜੇ ਗੁਰੂ ਕੇ ਸਿੱਖ ਨੇ, ਮੋਖ ਕੋਸ਼ ਕੇ ਉਚਿਤ ਸੁਧਾਰੇ, ਉਹਨੂੰ ਮੁਕਤੀ ਦੇ ਖਜ਼ਾਨੇ ਵਾਸਤੇ ਚੰਗੀ ਤਰ੍ਹਾਂ ਸੁਧਾਰੀਦਾ। ਜੇ ਮੁਕਤੀ ਦੇ ਖਜ਼ਾਨੇ ਵਿੱਚ ਕੋਸ਼ ਵਿੱਚ ਉਹਨਾਂ ਨੇ ਪੈਣਾ ਤਾਂ ਕਹਿ ਲਗੇ ਫਿਰ ਉਹਨਾਂ ਨੂੰ ਤਾ ਦੇਣਾ ਹੀ ਪੈਂਦਾ। ਖਿਆਲ ਕਰਿਓ, ਜੇ ਮੁਕਤੀ, ਕਿਉਂਕਿ ਤੂੰ ਪਹਿਲੇ ਦਿਨ ਕਿਹਾ ਸੀ ਕਿਰਪਾ ਕਰੋ ਸਿੱਖੀ ਦੀ ਦਾਤ ਬਖਸ਼ੋ, ਤੇ ਸਿੱਖੀ ਤਾਂ ਖੰਡੇ ਦੀ ਧਾਰ ਹੈ, ਵਾਲ ਤੋਂ ਨਿੱਕੀ ਹੈ, ਜਿਸ ਮਾਰਗ ਤੇ ਚੱਲਣਾ। ਗੁਰੂ ਸਾਹਿਬ ਨੇ ਇਹਦੀ ਵਿਆਖਿਆ ਗੁਰਬਾਣੀ ਵਿੱਚ ਕੀਤੀ। ਉਹ ਕਹਿੰਦੇ, ਜੇ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀਆ। ਸਜਣਾ, ਜੇ ਤੈਨੂੰ ਇਸ ਪ੍ਰੇਮ ਦੀ ਖੇਡ ਖੇਡਣ ਦਾ ਸ਼ੌਂਕ ਹੈ, ਜੇ ਤੂੰ ਚਾਹਨਾ ਕਿ ਮੈਂ ਗੁਰੂ ਪਰਮੇਸ਼ਵਰ ਦੀ ਸਿੱਖੀ ਨੂੰ ਹਾਸਲ ਕਰਾਂ, ਗੁਰੂ ਮੇਰੇ ਨਾਲ ਪਿਆਰ ਕਰਨ, ਤੇ ਕਹਿਣ ਲੱਗੇ ਧੜਾ ਤੇ ਸਿਰ ਰੱਖ ਕੇ ਤੇ ਬੜੇ ਆਉਂਦੇ ਨੇ, ਵਾਪਸ ਵੀ ਲੈ ਕੇ ਚਲੇ ਜਾਂਦੇ ਨੇ। ਤੂੰ ਆਪਣਾ ਸਿਰ ਤਲੀ ਤੇ ਰੱਖ ਕੇ ਵੇਖੀ, ਤੈਨੂੰ ਕਿਰਪਾ ਮਿਲਦੀ। ਕਹਿਣ ਤੋਂ ਭਾਵ ਆਪਣਾ ਆਪਾ ਕੁਰਬਾਨ ਕਰਨ ਲਈ, ਸਮਰਪਿਤ ਹੋਣ ਲਈ ਤੂੰ ਤਿਆਰ ਹੋ। ਇੱਥੇ ਰੰਗਣ ਰੰਗ ਚੜਨ ਲੱਗਿਆਂ ਦੇਰ ਨਹੀਂ ਲੱਗਣੀ। ਪਰ ਜੇ ਤੂੰ ਚੋਲਾ ਤਾਂ ਹੀ ਰੰਗਿਆ ਜਾਏਗਾ, ਤੇ ਜੇ ਤੂੰ ਗੁਰੂ ਦੇ ਪਿਆਰ ਵਿੱਚ,
ਗੁਰੂ ਦੀ ਕਸਵੱਟੀ ਵਿੱਚ ਲੰਘਾਏਗਾ। ਤੇ ਜੇ ਇਸ ਨੂੰ ਚੜ੍ਹਿਆ ਹੀ ਇਸ ਚੋਲੇ ਨੂੰ, ਸਰੀਰ ਦੇ ਚੋਲੇ ਨੂੰ ਮਾਇਆ ਦੀ ਮਾਇਆ ਦਾ ਰੰਗ ਲੱਗਾ, ਫਿਰ ਕਿਵੇਂ ਗੱਲ ਬਣੇ। ਪਾਤਸ਼ਾਹ ਜੀ ਕਹਿਣ ਲੱਗੇ, ਸਿੱਖਾਂ ਨੂੰ ਮੁਕਤੀ ਦੇ ਖਜ਼ਾਨੇ ਦੇ ਰੂਪ ਵਿੱਚ ਇਹਨਾਂ ਨੂੰ ਪਾਣਾ ਹੈ, ਇਸ ਕਰਕੇ ਇਹ ਤਾ ਦੇਣਾ ਅਤ ਜ਼ਰੂਰੀ ਹੈ। ਕਰੀਅਤ ਹੈ ਸੋ ਆਪਨ ਸਰੂਪ, ਜਿਸਮੇ ਪਈਅਤ ਆਨੰਦ ਅਨੂਪ। ਕਹਿਣ ਲੱਗੇ ਇਹਨਾਂ ਸਿੱਖਾਂ ਨੂੰ ਆਪਣਾ ਸਰੂਪ ਬਣਾਈਦਾ। ਗੁਰੂ ਆਪਣੇ ਸਿੱਖ ਨੂੰ ਆਪਣਾ ਵਰਗਾ ਬਣਾ ਲੈਂਦਾ, ਜਿਸ ਪੇ ਪਈਅਤ ਆਨੰਦ ਅਨੂਪ, ਜਿਹਨੂੰ ਪ੍ਰਾਪਤ ਕਰਕੇ ਆਨੰਦ ਮਿਲਦਾ ਹੈ, ਟਿਕਾ ਮਿਲਦਾ ਹੈ, ਸਹਿਜ ਮਿਲਦਾ ਹੈ। ਗੁਰੂ ਕੇ ਸਵਾਰੋ ਦੇਖੋ, ਗੁਰੂ ਨੇ ਕਿਰਪਾ ਕੀਤੀ। ਗੁਰੂ ਸਿੱਖ, ਸਿੱਖ ਗੁਰੂ ਹੈ, ਆਪਣੇ ਵਰਗਾ ਕਰ ਲਿਆ। ਤਾਂ ਹੀ ਤੇ ਸਿਆਣੇ ਇਹ ਬੋਲ ਕਹਿੰਦੇ ਨੇ, ਪਾਰਸ ਮੈਂ ਤੇ ਗੁਰੂ ਵਿੱਚ ਬੜਾ ਅੰਤਰ ਹੈ। ਕਹਿੰਦੇ ਲੋਕੀ ਉਦਾਹਰਨ ਦੇ ਦਿੰਦੇ, ਪਾਰਸ ਇੱਕ ਕਹਿੰਦੇ ਵੱਟੀ ਹੈ, ਉਹਦੇ ਨਾਲ ਲੋਹਾ ਜੁੜ ਜਾਏ ਸੋਨਾ ਬਣ ਜਾਂਦਾ, ਪਰ ਪਾਰਸ ਲੋਹੇ ਨੂੰ ਆਪਣੇ ਵਰਗਾ ਨਹੀਂ ਬਣਾ ਸਕਦਾ, ਪਾਰਸ ਨਹੀਂ ਬਣਾਉਂਦਾ। ਉਹ ਕਵੀ ਕਹਿੰਦਾ ਵੀ ਲੋਕੀ ਪਾਰਸ ਦੀ ਤੁਲਨਾ ਗੁਰੂ ਦੇ ਚਰਨਾਂ ਨਾਲ ਤੇ ਕਰ ਦਿੰਦੇ ਨੇ, ਪਰ ਇਹ ਨਹੀਂ ਵੇਖਦੇ ਕਿ ਉਹਦਾ ਵੱਡਪਨ ਏਡਾ ਨਹੀਂ ਹੈ। ਪਾਰਸ ਲੋਹੇ ਨੂੰ ਸੋਨਾ ਤੇ ਬਣਾ ਸਕਦਾ ਹੈ, ਪਰ ਪਾਰਸ ਨਹੀਂ। ਤੇ ਗੁਰੂ ਏਡਾ ਦਿਆਲੂ ਹੈ, ਆਪਣੇ ਚਰਨਾਂ ਵਿੱਚ ਆਉਣ ਵਾਲੇ ਸਿੱਖ ਨੂੰ ਕੇਵਲ ਸੇਵਾਦਾਰ ਹੀ ਨਹੀਂ ਬਣਾਉਂਦਾ, ਉਹ ਆਪਣੇ ਵਰਗਾ ਬਣਾ ਲੈਂਦਾ, ਆਪਣੇ ਵਰਗਾ। ਦੇਖੋ ਖਾਲਸਾ ਸਾਜਿਆ ਸਤਿਗੁਰਾਂ ਨੇ, ਇਹ ਤੇ ਨਹੀਂ ਕਿਹਾ ਵੀ ਜਿਹੜੇ ਕਕਾਰ ਪਾਤਸ਼ਾਹ ਜੀ ਨੇ ਆਪ ਪਹਿਨੇ ਉਹ ਸਿੱਖ ਨੂੰ ਪਹਿਨਾ ਦਿੱਤਾ। ਜਿਹੜੀ ਅੰਮ੍ਰਿਤ ਦੀ ਦਾਤ ਆਪ ਕਿਰਪਾ ਪੰਜਾਂ ਪਿਆਰਿਆਂ ਤੋਂ ਲਈ ਉਹ ਖਾਲਸੇ ਨੂੰ ਦਿੱਤੀ। ਔਰ ਇਹ ਬੋਲ ਵੀ ਕਹਿ ਦਿੱਤੇ ਵੀ ਖਾਲਸਾ ਮੇਰੂ ਰੂਪ ਹੈ ਖਾਸ। ਮੇਰਾ ਖਾਲਸਾ ਜਿਹੜਾ ਹੈ ਮੇਰਾ ਖਾਸ ਰੂਪ ਹੈ। ਮੋਹ ਮੈਂ ਪ੍ਰਭ ਮੈਂ ਤਾਸ ਮੈਂ ਰੰਚਕ ਨਾਹਨ ਪੇਰ। ਰੰਚਕ ਦਾ ਮਤਲਬ ਥੋੜਾ ਜਿਹਾ ਵੀ ਮੇਰੇ ਵਿੱਚ ਪਰਮੇਸ਼ਵਰ ਵਿੱਚ ਤੇ ਇਸ ਖਾਲਸੇ ਵਿੱਚ ਰੰਚਕ ਮਾਤਰ ਵੀ ਫਰਕ ਨਹੀਂ। ਗੁਰੂ ਆਪਣੇ ਸਿੱਖ ਨੂੰ ਗੁਰੂ ਕੇ ਸਵਾਰਿਓ ਏਡੀ ਦਿਆਲਤਾ ਕਰਦੇ ਨੇ। ਠੀਕ ਹੈ, ਕੁਛ ਬਣਾਣਾ ਹੋਵੇ, ਭਾਈ ਗੁਰਦਾਸ ਸਾਹਿਬ ਨੇ ਬੜੀਆਂ 12 ਕਈਆਂ ਨੇ ਕਹਿਣ ਲੱਗੇ ਗੁਰੂ ਦੇ ਦਰ ਤੇ ਜਦੋਂ ਵੀ ਕੋਈ ਮਰੀਦ ਆਉਂਦਾ ਹੈ ਗੁਰੂ ਨੂੰ ਪਹਿਲਾਂ ਮਿਟਾਉਂਦਾ ਹੈ, ਕਿਉਂਕਿ ਦਾਣਾ ਜ਼ਮੀਨ ਵਿੱਚ ਬੀਜਿਆ, ਉਹ ਜ਼ਮੀਨ ਵਿੱਚ ਪਹਿਲਾਂ ਆਪਣਾ ਆਪਾ ਖਤਮ ਕਰਦਾ ਹੈ, ਫਿਰ ਕਈ ਦਾਣੇ ਬਣਦਾ, ਫਸਲ ਦਾ ਰੂਪ ਹੁੰਦਾ ਹੈ। ਫਿਰ ਉਸ ਇੱਕ ਦਾਣੇ ਤੋਂ ਕਈ ਦਾਣੇ ਪੈਦਾ ਹੁੰਦੇ ਨੇ। ਪਰ ਜੇ ਦਾਣਾ ਆਪਣੇ ਆਪ ਨੂੰ ਮਿਟਾਉਣ ਲਈ ਤਿਆਰ ਨਾ ਹੋਵੇ, ਕਿ ਉਹਦੇ ਵਿੱਚ ਕਈ ਦਾਣੇ ਬਣਨ ਦੀ ਸਮਰੱਥਾ ਰਹੇਗੀ? ਨਹੀਂ ਹੋ ਸਕਦੀ। ਇਸ ਕਰਕੇ ਗੁਰੂ ਕਿਰਪਾ ਕਰਦੇ ਨੇ, ਸੇਵਾ ਵਿੱਚ ਲਾ ਕੇ, ਸਿਮਰਨ ਵਿੱਚ ਲਾ ਕੇ, ਮਿਟਾ ਕੇ, ਤੇ ਜਿਹੜੀ ਇਹਦੀ ਹਸਤੀ ਤਿਆਰ ਕਰਦੇ ਨੇ ਉਹ ਆਪਣੇ ਵਰਗੀ ਕਰਦੇ ਨੇ। ਲੇਸ ਮਾਤਰ ਵੀ ਅੰਦਰ ਕੋਈ ਔਗਣ ਨਹੀਂ ਰਹਿਣ ਦਿੰਦੇ। ਪਾਤਸ਼ਾਹ ਜੀ ਭਾਈ ਮੰਝ ਨੂੰ ਇਹ ਗੱਲ ਸਮਝਾਉਂਦੇ ਹਨ। ਇਹੋ ਪੀ ਦਇਓ ਔਰ ਲਿਓ ਜਾਚੇ, ਸੁਨਤ ਮੰਝ ਕੈ ਸ੍ਰੀ ਗੁਰ ਸਾਚੇ। ਪਾਤਸ਼ਾਹ ਕਹਿਣ ਲੱਗੇ ਚੱਲ ਦੇ ਤੂੰ ਇਹ ਵਰ ਮੰਗਿਆ ਵੀ ਆਉਣ ਵਾਲੇ ਸਿੱਖਾਂ ਤੋਂ ਆ ਪ੍ਰੀਖਿਆ ਨਾ ਲਿਆ ਜੇ। ਕਹਿਣ ਲੱਗੇ ਇਹ ਵੀ ਤੈਨੂੰ ਦਿੱਤਾ, ਇਹ ਵੀ ਵਰਦਾਨ ਦਿੱਤਾ, ਤੇ ਹੋਰ ਵੀ ਕੁਝ ਮੰਗਣਾ ਕਰ। ਆਪਣੋ ਸਿਦਕ ਦਾਨ ਦਿਓ ਸੋਏ, ਸਦਾ ਅਜਾਚੀ ਬ੍ਰਿਤ ਅਬ ਹੋਏ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਫਿਰ ਭਾਈ ਮੰਝ ਸਾਹਿਬ ਨੇ ਬੇਨਤੀ ਕੀਤੀ, ਪਾਤਸ਼ਾਹ ਜੀ ਮੈਂ ਫਿਰ ਬੇਨਤੀ ਕਰਦਾ ਵੀ ਮੇਰੀ ਬਿਰਤੀ ਹਮੇਸ਼ਾ ਅਜਾਚੀ ਬਣਾਓ, ਕੁਝ ਮੰਗਾ ਨਾ। ਮੇਰੀ ਬਿਰਤੀ ਐਸੀ ਹੋਵੇ ਕੋਈ ਲੋੜ ਹੀ ਨਾ ਰਹੇ। ਵੈਸੇ ਜਿਨ੍ਹਾਂ ਨੂੰ ਅੰਦਰ ਨਾਮ ਦਾ ਰਸ ਆ ਜਾਏ, ਜਿਹੜੇ ਨਾਮ ਨਾਲ ਤ੍ਰਿਪਤ ਹੋ ਜਾਣ, ਜਿਹੜੇ ਨਾਮ ਨਾਲ ਪਿਆਰ ਕਰਨ ਲੱਗ ਪੈਣ,
ਉਹਦੀਆਂ ਸਾਰੀਆਂ ਭੁੱਖਾਂ ਮਿਟ ਜਾਂਦੀਆਂ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਸੱਚੇ ਨਾਮ ਨੇ ਸਾਰੀਆਂ ਭੁੱਖਾਂ ਨੂੰ ਗੁਰੂ ਕੇ ਸਵਾਰੇ ਗਵਾ ਦੇਣਾ। ਤੇ ਭਾਈ ਮੰਝ ਸਾਹਿਬ ਕਹਿੰਦੇ, ਪਾਤਸ਼ਾਹ ਇਹ ਤੁਹਾਡੀ ਰਹਿਮਤ ਤੋਂ ਬਿਨਾ ਮੇਰੀ ਅਜਾਚੀ ਬਿਰਤੀ ਬਣ ਨਹੀਂ ਸਕਣੀ, ਤੁਸੀਂ ਕਿਰਪਾ ਕਰਕੇ ਇਹ ਵੀ ਵਰਦਾਨ ਬਖਸ਼ੋ। ਇਮ ਕਹਿ ਚਰਨ ਬੰਦਨਾ ਠਾਨੀ, ਪ੍ਰੇਮ ਵਿਖੈ ਮਤ ਬਹੁ ਮਸਤਾਨੀ। ਇਸ ਤਰ੍ਹਾਂ ਕਹਿ ਕੇ ਭਾਈ ਮੰਝ ਸਾਹਿਬ ਨੇ ਪਿਆਰ ਨਾਲ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਵਿੱਚ ਨਮਸਕਾਰ ਕਰ ਦਿੱਤੀ। ਭਾਈ ਸਾਹਿਬ ਦੀ ਮੱਤ ਬੜੀ ਪ੍ਰੇਮ ਵਿੱਚ ਲਿਪਟੀ ਹੋਈ ਹੈ, ਆਪਣਾ ਆਪਾ ਗੁਰੂ ਨੂੰ ਸਮਰਪਿਤ ਕੀਤਾ ਹੈ। ਸੁਨ ਸ਼੍ਰੀ ਅਰਜਨ ਜੀ ਤਿਸ ਕਾਲਾ, ਸਿੱਖ ਕੀ ਮਹਿਮਾ ਕੀਨ ਵਿਸਾਲਾ। ਇਹ ਸੁਣ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਉਸ ਸਿੱਖ ਦੀ ਬਹੁਤ ਭਾਰੀ ਮਹਿਮਾ ਨੂੰ ਕਿਹਾ। ਆਖਿਆ ਸਿੱਖਾ ਤੂੰ ਬਹੁਤ ਵੱਡਾ ਹੈ, ਬਹੁਤ ਚੰਗਾ ਹੈ। ਤੇ ਜਿਹੜੇ ਬੋਲ ਉਹਨਾਂ ਨੇ ਕਹੇ ਉਹ ਬੋਲ ਸਨ, ਮੰਝ ਪਿਆਰਾ ਗੁਰੂ ਨੂੰ, ਗੁਰੂ ਮੰਝ ਪਿਆਰਾ। ਮੰਝ ਗੁਰੂ ਕਾ ਬਹੁਤਾ ਜਗ ਲੰਘਣ ਹਾਰਾ। ਕਹਿਣ ਲੱਗੇ ਉਹ ਭਾਈ ਮੰਝ ਤੂੰ ਗੁਰੂ ਨੂੰ ਪਿਆਰਾ ਹੈ ਤੇ ਗੁਰੂ ਤੈਨੂੰ ਪਿਆਰਾ ਹੈ। ਅਗਲਾ ਬੋਲ ਕਿਹਾ, ਬੋਤ ਦਾ ਮਤਲਬ ਹੁੰਦਾ ਹੈ ਜਹਾਜ਼। ਬਾਣੀ ਵਿੱਚ ਗੁਰੂ ਨੂੰ ਜਹਾਜ਼ ਕਿਹਾ, ਗੁਰ ਬੋਹਿਤ, ਗੁਰੂ ਨੂੰ ਜਹਾਜ਼ ਕਿਹਾ। ਪਰ ਇੱਥੇ ਸਤਿਗੁਰਾਂ ਨੇ ਕਿਹਾ ਸਿੱਖਾ ਤੂੰ ਵੀ ਸਾਡਾ ਜਹਾਜ਼ ਹੈ। ਜਹਾਜ਼ ਦਾ ਕੰਮ ਕੀ ਹੈ? ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੇ ਪਹੁੰਚਾਣਾ। ਕਹਿਣ ਲੱਗੇ ਮੰਝ, ਇਹਦਾ ਅਰਥ ਇਹ ਹੈ ਮੰਝ ਜਿਹੜਾ ਤੇਰੀ ਸੰਗਤ ਵਿੱਚ ਬੈਠੇਗਾ, ਜਿਹੜਾ ਤੇਰੇ ਕੋਲ ਬੈਠੇਗਾ, ਉਹ ਗੁਰੂ ਕੇ ਗੁਣ ਗ੍ਰਹਿਣ ਕਰਕੇ ਨਾਮ ਬਾਣੀ ਨਾਲ ਜੁੜ ਕੇ ਤੇਰੇ ਤੋਂ ਪ੍ਰੇਰਨਾ ਮਿਲੇਗੀ, ਉਹ ਭਵ ਸਾਗਰ ਤੋਂ ਪਾਰ ਹੋ ਜਾਏ। ਐਸੀ ਸਤਿਗੁਰੂ ਜੀ ਨੇ ਕਿਰਪਾ ਕਰਕੇ ਉਸ ਸਿੱਖ ਨੂੰ ਵਰਦਾਨ ਦਿੱਤੇ, ਬਖਸ਼ਿਸ਼ਾਂ ਕੀਤੀਆਂ। ਗੁਰੂ ਕੇ ਸਵਾਰੋ ਸਤਿਗੁਰੂ ਮਿਹਰ ਕਰਨ। ਅਸੀਂ ਪ੍ਰੇਰਨਾ ਇਹ ਲੈਣੀ ਹੈ ਕਿ ਗੁਰੂ ਦੀਆਂ ਖੁਸ਼ੀਆਂ ਮਿਲਦੀਆਂ ਨੇ ਗੁਰੂ ਦੇ ਬਚਨ ਮੰਨ ਕੇ, ਉਪਦੇਸ਼ ਗ੍ਰਹਿਣ ਕਰਕੇ। ਭਾਈ ਮੰਝ ਸਾਹਿਬ ਨੇ ਬਚਨ ਮੰਨੇ ਤੇ ਸਤਿਗੁਰਾਂ ਨੇ ਮਿਹਰ ਕੀਤੀ। ਅੱਜ ਇਹਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ। ਗਲਤੀਆਂ ਭੁੱਲਾਂ ਦੀ ਖਿਮਾ। ਕੋਟਾਨ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਆਪ ਜੀ ਵਰਗੇ ਰੱਬ ਸਰੂਪ ਸਾਧ ਸੰਗਤਾਂ ਦਾ, ਔਰ ਸਤਿਕਾਰਯੋਗ ਸਮੂਹ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦਾ, ਜਿਹੜੇ ਆਪ ਜੀ ਦੇ ਦਰਸ਼ਨ ਕਰਵਾ ਰਹੇ ਨੇ। ਇਹਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ। ਇਦੋਂ ਅੱਗੇ ਪ੍ਰਸੰਗ ਦੀ ਵਿਚਾਰ ਕੱਲ ਦੇ ਦੀਵਾਨ ਵਿੱਚ ਕਰਾਂਗੇ। ਸਤਿਗੁਰੂ ਮਿਹਰ ਕਰਨ। ਗਲਤੀਆਂ ਭੁੱਲਾਂ ਦੀ ਖਿਮਾ। ਪਿਆਰ ਸਹਿਜ ਸਾਰੇ। ਫਤਿਹ ਬੁਲਾਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।